हाँ जी, नेक्स्ट है वेरिएशन ऑफ मोलर कंडक्टिविटी। तो जो कंडक्टिविटी है उसਦੇ जो टाइप्स है, स्ट्रॉन्ग इलेक्ट्रोलाइट है, वीक इलेक्ट्रोलाइट है, उसਦੇ ਨਾਲ किस तरीके ਨਾਲ ਕੰਡਕਟਿਵਿਟੀ ਚੇਂਜ ਹੁੰਦੀ ਹੈ, उसਦੇ ਚ ਕੀ ਵੇਰੀਏਸ਼ਨਸ ਆਉਂਦੀਆਂ ਉਹ ਆਪਾਂ ਸਟੱਡੀ ਕਰਨੀ ਹੈ। ਠੀਕ ਹੈ, ਬਟ ਇਸ ਤੋਂ ਪਹਿਲਾਂ ਕੁਝ ਸਿੰਪਲ ਜਿਹੇ ਡੈਫੀਨੇਸ਼ਨਸ ਨੇ ਉਹ ਆਪਾਂ ਥੋੜਾ ਜਿਹਾ ਰਿਮਾਈਂਡ ਕਰਦੇ ਹਾਂ ਤੇ ਤੁਸੀਂ ਇਹ ਪੜ੍ਹੀਆਂ ਵੀ ਹੋਈਆਂ ਨੇ, ਜੋ ਕੰਡਕਟੈਂਸ, ਰੈਜ਼ਿਸਟੈਂਸ, ਕੰਡਕਟਿਵਿਟੀ, ਸਪੈਸੀਫਿਕ ਕੰਡਕਟਿਵਿਟੀ ਹੈ ਨਾ, ਇਹ ਸਾਰੀ ਚੀਜ਼ਾਂ ਪੜ੍ਹੀਆਂ ਹੋਈਆਂ ਤੁਸੀਂ ਬਹੁਤ ਪਹਿਲਾਂ। ਤਾਂ ਹੁਣ ਇਹਨਾਂ ਨੂੰ ਤੁਸੀਂ ਰਿਵਾਈਜ਼ ਕਰ ਲਿਓ, ਜਿੰਨੀ ਕੁ ਜ਼ਰੂਰਤ ਹੈ ਮੈਂ ਉਨੀ ਕੁ ਚੀਜ਼ ਨੂੰ ਫਿਲਹਾਲ ਡਿਸਕਸ ਕਰ ਰਹੇ ਹਾਂ। ਠੀਕ ਹੈ, ਤਾਂ ਸਭ ਤੋਂ ਪਹਿਲਾਂ ਹੈ ਮੋਲਰ ਕੰਡਕਟਿਵਿਟੀ। ਮੋਲਰ ਕੰਡਕਟਿਵਿਟੀ ਦਾ ਮਤਲਬ ਕੀ ਹੁੰਦਾ ਹੈ? ਇਟ ਇਜ਼ ਦਾ ਕੰਡਕਟਿੰਗ ਪਾਵਰ ਆਫ ਆਲ ਦਾ ਆਇਨਸ ਪ੍ਰੋਡਿਊਸਡ ਬਾय 1 ਮੋਲ ਆਫ ਇਲੈਕਟ੍ਰੋਲਾइट। ਤਾਂ ਜੋ 1 ਮੋਲ ਆਫ ਇਲੈਕਟ੍ਰੋਲਾइट ਹੈ, ਮਤਲਬ ਕੋਈ ਵੀ ਇਲੈਕਟ੍ਰੋਲਾइट ਤੁਸੀਂ ਲੈਣੇ ਹੋ, ਅਗਰ ਤੁਸੀਂ ਉਸ ਦਾ 1 ਮੋਲ ਲੈਣੇ ਹੋ ਤਾਂ ਉਸ 1 ਮੋਲ ਤੋਂ ਜਿੰਨਾ ਵੀ ਸੋਲੂਸ਼ਨ ਬਣਦਾ ਹੈ, ਠੀਕ ਹੈ, ਉਸ ਸੋਲੂਸ਼ਨ ਦੀ ਕੰਡਕਟੈਂਸ ਕਿੰਨੀ ਹੈ, that is called the molar conductivity। ਠੀਕ ਹੈ, ਮੀਨਸ ਕਿ 1 ਮੋਲ ਆਫ ਇਲੈਕਟ੍ਰੋਲਾइट ਤੁਸੀਂ ਲੈਣਾ ਹੈ। ਦੂਸਰੀ ਹੁੰਦੀ ਹੈ ਸਪੈਸੀਫਿਕ ਕੰਡਕਟਿਵਿਟੀ। ਸਪੈਸੀਫਿਕ ਕੰਡਕਟਿਵਿਟੀ ਦਾ ਮਤਲਬ ਹੁੰਦਾ ਹੈ ਕਿ ਇੱਕ पर्टिकुलर एरिया ਦੇ ਵਿੱਚ ਕਿੰਨੀ ਕੰਡਕਟੈਂਸ ਹੈ। ਤਾਂ ਉਹ ਜਿਹੜਾ ਏਰੀਆ ਹੈ, ਪਾਰਟਿਕੂਲਰ ਜਿਹੜਾ ਆਪਾਂ ਲੈਣਾ ਹੈਗਾ, ਡਾਈਮੈਂਸ਼ਨਸ ਪਾਰਟਿਕੂਲਰ ਲੈਣੇ ਆ, that is the 1 centimeter cube। 1 centimeter cube। ਤਾਂ ਜੋ 1 centimeter cube ਦਾ ਏਰੀਆ ਹੈ, 1 centimeter cube ਸਮਝਦੇ ਹੋ, ਆਹ ਜੋ ਕਿਊਬ ਹੈ ਇਸ ਦੀ ਹਰ ਇੱਕ ਜੋ ਡਾਈਮੈਂਸ਼ਨ ਹੈ ਜਦੋਂ ਉਹ 1 centimeter ਹੋਏਗੀ, ਠੀਕ ਹੈ, ਤਾਂ ਇਹ ਜੋ 1 centimeter ਦਾ ਏਰੀਆ ਹੈ, ਇੰਨੇ ਏਰੀਆ ਦੇ ਵਿੱਚ ਕਿੰਨਾ करंट फ्लो हो रहा है, दैट इज कॉल्ड द स्पेसिफिक कंडक्टिविटी या फिर स्पेसिफिक कंडक्टेंस। ठीक है, तो इन दोनों टर्म्स ਦੇ ਵਿੱਚ ਫਰਕ ਹੈ। ਮੋਲਰ ਕੰਡਕਟਿਵਿਟੀ ਮੀਨਸ ਕਿ ਸਾਰਾ ਸੋਲੂਸ਼ਨ ਲੈਣਾ, ਸਾਰੇ ਸੋਲੂਸ਼ਨ ਦੇ ਵਿੱਚ ਜਿੰਨਾ ਕਰੰਟ ਫਲੋ ਹੋ ਰਿਹਾ। ਸਪੈਸੀਫਿਕ ਕੰਡਕਟਿਵਿਟੀ ਮੀਨਸ ਕਿ ਉਹ ਸਾਰੇ ਸੋਲੂਸ਼ਨ ਦਾ ਇੱਕ ਛੋਟਾ ਜਿਹਾ ਏਰੀਆ, ਕਿੰਨਾ ਏਰੀਆ, 1 centimeter cube, ਸਿਰਫ ਉਹਨੇ ਪਾਰਟਿਕੂਲਰ 1 centimeter cube ਏਰੀਆ ਦੇ ਵਿੱਚ ਕਿੰਨਾ ਕਰੰਟ ਪਾਸ ਹੋ ਰਿਹਾ ਤੇ ਸਾਰੇ ਸੋਲੂਸ਼ਨ 'ਚ ਕਿੰਨਾ ਕਰੰਟ ਪਾਸ ਹੋ ਰਿਹਾ। ਇਹਨਾਂ ਦੋਨਾਂ ਚੀਜ਼ਾਂ 'ਚ ਫਰਕ ਹੈ। ਠੀਕ ਹੈ, 1 centimeter cube ਮੀਨਸ ਕਿ ਸਪੈਸੀਫਿਕ, ਸਾਰਾ ਸੋਲੂਸ਼ਨ ਮੀਨਸ ਕਿ ਮੋਲਰ ਕੰਡਕਟਿਵਿਟੀ। ਠੀਕ ਹੈ, अच्छा, जो सिंबल्स है वो ध्यान च रखियो। मोलर कंडक्टिविटी का सिंबल होता है लैम्डा एम। ठीक है, दिस इज लैम्डा, लैम्डा के पैर च एम पानी है। दिस इज के फॉर कापा। ठीक है, तो लैम्डा एम ते मतलब मोलर कंडक्टिविटी ते स्पेसिफिक कंडक्टिविटी दोनों च की रिलेशन है? लैम्डा एम इज इक्वल टू के इंटू 1000 ओवर सी। सी इज द कंसनट्रेशन। ठीक है, सी इज द कंसनट्रेशन, मोलैरिटी जो होंगी है ਤਾਂ ਉਹ ਪੁੱਟ ਕਰਨੀ ਹੈ। ਇੱਕ ਹੋਰ ਆਪਾਂ ਫਾਰਮੂਲਾ ਪੜਿਆ ਹੋਏਗਾ, ਦਿਸ ਇਜ਼ ਦਾ ਸਪੈਸੀਫਿਕ ਕੰਡਕਟਿਵਿਟੀ। ਠੀਕ ਹੈ, K ਇਜ਼ ਇਕੁਅਲ ਟੂ 1 ਓਵਰ ρ। ਠੀਕ ਹੈ, ρ ਇਜ਼ ਦਾ ਰੈਜ਼ਿਸਟਿਵਿਟੀ। ਤਾਂ ρ ਦਾ ਜੋ ਫਾਰਮੂਲਾ ਹੁੰਦਾ ਉਹ ਕੀ ਹੁੰਦਾ, RA ਓਵਰ L। ਠੀਕ ਹੈ, ਪੜਿਆ ਹੋਇਆ ਨਾ, ਇਹ ਤੁਹਾਨੂੰ ਯਾਦ ਹੋਏਗਾ, ਆਈ ਐਮ ਸ਼ੋਰ। ਤਾਂ ρ ਇਜ਼ ਇਕੁਅਲ ਟੂ RA ਓਵਰ L ਹੁੰਦਾ, ρ ਦੀ ਵੈਲਿਊ ਆਪਾਂ ਇੱਥੇ ਪੁੱਟ ਕਰਨੀ ਹੈ। ਤਾਂ K ਕਿੰਨਾ ਬਣ ਜਾਏਗਾ, K ਵਿਲ ਬੀ ਇਕੁਅਲ ਟੂ L ਓਵਰ RA। ਠੀਕ ਹੈ, ਇਨਵਰਸ ਹੋ ਜਾਏਗਾ ਨਾ L ਓਵਰ RA। तो 1 ओवर R अलग करके लिख लिया, L ओवर A अलग लिख लिया। 1 ओवर R इनवर्स ऑफ रेजिस्टेंस। इनवर्स ऑफ रेजिस्टेंस क्या होता है, कंडक्टेंस। ठीक है, तो ਇਹਦਾ बन गया कंडक्टेंस G। कंडक्टेंस ਦਾ ਸਿੰਬਲ ਹੁੰਦਾ G इनटू L ओवर A। L ओवर A ਨੂੰ ਆਪਾਂ ਲਿਖ ਲਿਆ G स्टार। ठीक है, तो K जो है, K किस ਦੇ ਬਰਾਬਰ ਆ ਗਿਆ, ਕੰਡਕਟਿਵਿਟੀ सॉरी कंडक्टिविटी किस दे बराबर आ गया, इट इज इक्वल टू कंडक्टेंस इनटू G स्टार। व्हाट इज G स्टार, इट इज सेल कांस्टेंट। ठीक है, तो एक नंबर ਦੇ ਵਿੱਚ ਤੁਹਾਨੂੰ ਇਹ ਫਾਰਮੂਲਾ ਵੀ ਪੁੱਛਿਆ ਜਾ ਸਕਦਾ, व्हाट इज द रिलेशन ऑफ कंडक्टिविटी। तो कंडक्टिविटी इज इक्वल टू कंडक्टेंस इनटू सेल कांस्टेंट। ठीक है, सेल कांस्टेंट ਦੀ ਵੈਲਿਊ ਅਗਰ ਦਿੱਤੀ ਹੋਈ ਹੈ ਤਾਂ ਠੀਕ ਹੈ, ਅਗਰ ਨਹੀਂ ਦਿੱਤੀ ਹੋਈ ਤਾਂ ਤੁਸੀਂ ਫਾਈਂਡ ਆਊਟ ਕਰ ਸਕਦੇ ਹੋ ਬਾਈ ਯੂਜ਼ਿੰਗ ਦਿਸ ਫਾਰਮੂਲਾ G स्टार इज इक्वल टू L ओवर A, लेंथ ओवर एरिया। ठीक है, अच्छा, एक बड़ा ही इंपॉर्टेंट पॉइंट है जो हुणे ਆਪਾਂ ਕੀਤਾ ਕੰਡਕਟਿਵਿਟੀ ਦਾ। ਕੰਡਕਟਿਵਿਟੀ ਇਨਕਰੀਜ਼ਸ ਵਿਦ ਦਾ ਇਨਕਰੀਜ਼ ਇਨ ਡਾਈਲੂਸ਼ਨ। ਠੀਕ ਹੈ, ਬਟ हर तरह की कंडक्टिविटी डाइल्यूशन नाल इंक्रीज नहीं करती। आप हम दो कंडक्टिविटीज जो है वो डिस्कस कर रहे हैं। फर्स्ट है मोलर, सैकेंड है स्पेसिफिक। तो इन्होंने दोनों के विच डाइल्यूशन नाल की फर्क पेगा, आप वो चीज देखते हैं। ठीक है, तो किस तरीके की वेरिएशन आ सकती है। सब तो पहला मोलर कंडक्टिविटी। मोलर कंडक्टिविटी का आप मतलब हुणे समझ के हटे भी जिन्ना सोल्यूशन हैगा वो सारे सोल्यूशन की कंडक्टिविटी देखनी है आप, ते उस सोल्यूशन दे विच इलैक्ट्रोलाइट कितना होना चाहिए, 1 मोल ऑफ इलैक्ट्रोलाइट होना चाहिए। ठीक है, तो 1 मोल ऑफ इलैक्ट्रोलाइट का सोल्यूशन सपोज करो इन्ना बन गया। ठीक है, इन इस आप जनरल की गल कर रहे हैं, तो 1 मोल ऑफ इलैक्ट्रोलाइट का एक सोल्यूशन बन गया। ठीक है, तो तुसी की कीता, तुसी इसकी डाइल्यूशन करती। ठीक है, इस 1 मोल ऑफ इलैक्ट्रोलाइट दे विच बहुत सारे आ जो सोल्यूशन है, इस दे विच 1 मोल ऑफ इलैक्ट्रोलाइट है जो कि आपदे आयंस दे विच ब्रेक हो गया। ठीक है, अब आपदे आयंस दे विच ब्रेक हो गया, इन्ने सारे आयंस अपने कोले इस सोल्यूशन दे विच प्रेजेंट है। हुण तुसीं की कीता, हुण तुसीं इसदी डाइल्यूशन करती ते आपां देखदे भी डाइल्यूशन होण नाल की फर्क पएगा, कि इसकी कंडक्टिविटी इंक्रीज करेगी या फिर इसकी कंडक्टिविटी डिक्रीज करेगी।
ਤਾਂ ਡਾਈਲੂਸ਼ਨ ਕਰਨ ਦਾ ਮਤਲਬ ਤੁਸੀਂ ਇਸ 'ਚ ਵਾਟਰ ਪਾਤਾ, ਵਾਟਰ ਪਾਉਣ ਦਾ ਮਤਲਬ ਤੁਸੀਂ ਇਸ ਦਾ ਏਰੀਆ ਵਧਾਤਾ ਹੈ ਨਾ, ਸੋਲਵੈਂਟ ਇੰਨਾ ਸਾਰਾ ਪਾਤਾ। ਹੁਣ ਇੰਨਾ ਸਾਰਾ ਸੋਲਵੈਂਟ ਪਾਉਣ ਦੇ ਨਾਲ ਕੀ ਹੋਏਗਾ ਕਿ ਜੋ ਇਸ ਦੇ ਵਿੱਚ ਆਇਨਸ ਬਣੇ ਸੀ ਇਹ ਆਇਨਸ ਇੱਕ ਦੂਸਰੇ ਤੋਂ ਦੂਰ ਦੂਰ ਹੋ ਜਾਣਗੇ। ਪਹਿਲਾਂ ਇਹ ਸਾਰੇ ਇਕੱਠੇ ਹੋਏ ਬੈਠੇ ਸੀ ਹੈ ਨਾ, ਬਹੁਤ ਘੱਟ ਏਰੀਆ ਸੀ ਇਹਨਾਂ ਕੋਲ ਮੂਵ ਕਰਨ ਦਾ, ਇੱਕ ਦੂਸਰੇ ਦੇ ਫਲੋ ਨੂੰ ਇਹ ਰਿਸਟ੍ਰਿਕਟ ਵੀ ਕਰ ਸਕਦੇ ਸੀ। ਬਟ ਹੁਣ ਕੀ ਹੋ ਗਿਆ, ਹੁਣ ਸੋਲਵੈਂਟ ਜ਼ਿਆਦਾ ਹੋ ਗਿਆ, ਡਾਈਲੂਸ਼ਨ ਜ਼ਿਆਦਾ ਕਰਤੀ ਤੁਸੀਂ, ਤਾਂ ਹੁਣ ਡਾਈਲੂਸ਼ਨ ਨਾਲ ਕੀ ਹੋਇਆ, ਸਾਰੇ ਆਇਨਸ ਇੱਕ ਦੂਸਰੇ ਤੋਂ ਦੂਰ ਦੂਰ ਚਲੇ ਗਏ। ਅਗਰ ਦੂਰ ਦੂਰ ਚਲੇ ਗਏ ਤਾਂ ਹੁਣ ਇਹ ਇੱਕ ਦੂਸਰੇ ਦੇ ਫਲੋ ਦੇ ਵਿੱਚ ਰਿਸਟ੍ਰਿਕਸ਼ਨ ਨਹੀਂ ਕ੍ਰੀਏਟ ਕਰਨਗੇ। ਇਹਨਾਂ ਕੋਲ ਏਰੀਆ ਬਹੁਤ ਜ਼ਿਆਦਾ ਹੈਗਾ, ਸਾਰੇ ਆਪਦਾ ਮੂਵ ਕਰਨਗੇ, ਬਹੁਤ ਜ਼ਿਆਦਾ ਫਲੋ ਹੋਏਗਾ। ਤੇ ਆਪਾਂ ਇਹ ਗੱਲ ਮੈਂ ਬਾਰੀ-ਬਾਰੀ ਡਿਸਕਸ ਕੀਤੀ ਹੈ, ਤੁਹਾਨੂੰ ਦੱਸਿਆਗਾ ਕਿ ਜਿੰਨੇ ਜ਼ਿਆਦਾ ਆਇਨਸ ਪ੍ਰੋਡਿਊਸ ਹੋਣਗੇ, ਸਿਰਫ ਆਇਨਸ ਦਾ ਪ੍ਰੋਡਿਊਸ ਹੋਣਾ ਹੀ ਕਾਫੀ ਨਹੀਂ ਹੈ, ਆਇਨਸ ਦੇ ਮੂਵਮੈਂਟ ਹੋਣਾ ਵੀ ਜ਼ਰੂਰੀ ਹੈ। ਆਇਨਸ ਤਾਂ ਬਹੁਤ ਜ਼ਿਆਦਾ ਹੈਗੇ ਆ, ਬਟ ਅਗਰ ਉਹ ਮੂਵ ਨਹੀਂ ਕਰ ਰਹੇ ਤਾਂ ਕੋਈ ਫਾਇਦਾ ਨਹੀਂ ਹੈ। ਅਗਰ ਉਹ ਮੂਵ ਕਰ ਰਹੇ ਹੈ, ਜ਼ਿਆਦਾ ਮੂਵ ਕਰ ਰਿਹਾ ਹੈ, ਤਾਂ ਫਿਰ ਉਸਦੀ ਕੰਡਕਟੈਂਸ ਵੀ ਕੀ ਹੋਏਗੀ, ਜ਼ਿਆਦਾ ਹੋਏਗੀ। ਕੰਡਕਟੈਂਸ ਦਾ ਸਿੰਬਲ ਆਪਾਂ G ਲਿਆ ਤਾਂ ਆਪਾਂ G ਹੀ ਲੈ ਕੇ ਚੱਲਾਂਗੇ। ਤਾਂ ਕੰਡਕਟੈਂਸ ਜ਼ਿਆਦਾ ਹੋਏਗੀ, ਵਿਦ ਇੰਕਰੀਜ਼ ਇਨ ਡਾਈਲੂਸ਼ਨ ਕੰਡਕਟੈਂਸ ਇੰਕਰੀਜ਼ ਕਰੇਗੀ। ਕਿਹੜੀ ਕੰਡਕਟੈਂਸ ਇੰਕਰੀਜ਼ ਕਰੇਗੀ, ਮੋਲਰ ਕੰਡਕਟੈਂਸ ਇੰਕਰੀਜ਼ ਕਰੇਗੀ। ਸਪੈਸਿਫਿਕ ਕੰਡਕਟੈਂਸ ਆਪਾਂ ਦੇਖਦੇ ਹਾਂ, ਠੀਕ ਹੈ, ਸਪੈਸਿਫਿਕ ਕੰਡਕਟੈਂਸ ਜਾਂ ਸਪੈਸਿਫਿਕ ਕੰਡਕਟਿਵਿਟੀ, ਇਸ ਨੂੰ ਕੀ ਫਰਕ ਪਏਗਾ। ਅੱਛਾ ਦੇਖੋ, ਸਪੈਸਿਫਿਕ ਦੇ ਕੇਸ ਦੇ ਵਿੱਚ ਇੱਥੇ ਇਹਦੇ ਵਿੱਚ ਹੀ ਸਮਝਦੇ ਆਪਾਂ। ਤਾਂ ਸਪੈਸਿਫਿਕ ਦੇ ਕੇਸ ਦੇ ਵਿੱਚ ਕੀ ਹੋਏਗਾ ਕਿ ਆ ਤੁਹਾਡੇ ਕੋਲੇ ਸੋਲੂਸ਼ਨ ਸੀ। ਸਪੈਸਿਫਿਕ ਦਾ ਮਤਲਬ ਆਪਾਂ ਸਮਝਦੇ ਨਾ ਕਿ ਆਪਾਂ 1 ਸੈਂਟੀਮੀਟਰ ਕਿਊਬ ਏਰੀਆ ਲੈਣਾ, ਤਾਂ ਸੋਲੂਸ਼ਨ ਦੇ ਵਿੱਚੋਂ ਸਿਰਫ ਇੱਕ 1 ਸੈਂਟੀਮੀਟਰ ਕਿਊਬ ਦਾ ਏਰੀਆ ਆਪਾਂ ਨੇ ਲੈਣਾ। ਮੰਨ ਲਓ ਕਿ 1 ਸੈਂਟੀਮੀਟਰ ਕਿਊਬ ਦਾ ਏਰੀਆ ਹੈ ਤੇ ਇਸ 1 ਸੈਂਟੀਮੀਟਰ ਕਿਊਬ ਦੇ ਏਰੀਆ ਦੇ ਵਿੱਚ ਮੇਰੇ ਕੋਲੇ ਇਹ ਕੁਝ ਆਇਨਸ ਆ ਗਏ, ਠੀਕ ਹੈ, 5-6 ਆਇਨਸ ਆ ਗਏ, 5-6 ਆਇਨਸ ਆ ਗਏ 1 ਸੈਂਟੀਮੀਟਰ ਕਿਊਬ ਏਰੀਆ ਦੇ ਵਿੱਚ। ਬਾਕੀ ਆਇਨਸ ਨਹੀਂ ਦੇਖਣੇ ਆਪਾਂ ਸਿਰਫ ਇੱਕ ਪਾਰਟਿਕੂਲਰ ਏਰੀਆ, ਪੂਰਾ ਸੋਲੂਸ਼ਨ ਨਹੀਂ ਦੇਖਣਾ। ਇਸ ਸੋਲੂਸ਼ਨ ਚੋਂ ਸਿਰਫ 1 ਸੈਂਟੀਮੀਟਰ ਕਿਊਬ ਦਾ ਏਰੀਆ ਦੇਖਣਾ ਹੈ, ਠੀਕ ਹੈ। ਮੈਂ ਮੰਨ ਲਿਆ ਇੰਨਾ ਕਿ ਜੋ ਏਰੀਆ ਹੈ that is the 1 ਸੈਂਟੀਮੀਟਰ ਕਿਊਬ, ਠੀਕ ਹੈ। ਤਾਂ ਇਸ ਏਰੀਆ ਦੇ ਵਿੱਚ ਤੁਹਾਡੇ ਕੋਲੇ 1 2 3 4 5 6 ਨੰਬਰ ਆਫ ਆਇਨਸ ਆ ਰਹੇ ਹੈ, ਠੀਕ ਹੈ, ਇਸ ਏਰੀਆ ਦੇ ਵਿੱਚੋਂ। ਤਾਂ ਜਦੋਂ ਮੈਂ ਇਸ ਦੀ ਡਾਈਲੂਸ਼ਨ ਕਰੂੰਗਾ ਤਾਂ ਡਾਈਲੂਸ਼ਨ ਕਰਨ ਨਾਲ ਕੀ ਹੋਏਗਾ, ਡਾਈਲੂਸ਼ਨ ਕਰਨ ਦੇ ਨਾਲ ਇਸ 1 ਸੈਂਟੀਮੀਟਰ ਕਿਊਬ ਦੇ ਏਰੀਆ ਦੇ ਵਿੱਚ ਕੀ ਫਰਕ ਪਏਗਾ। ਆ ਏਰੀਆ ਤਾਂ ਉਹਨੇ ਲੈਣਾ ਮੈंने 1 ਸੈਂਟੀਮੀਟਰ ਕਿਊਬ, ਇਹਦੇ 'ਚ ਵੀ 1 ਸੈਂਟੀਮੀਟਰ ਲਿਆ ਸੀ, ਮਤਲਬ ਬਿਫੋਰ ਡਾਈਲੂਸ਼ਨ ਵੀ 1 ਸੈਂਟੀਮੀਟਰ ਸੀ, ਆਫਟਰ ਡਾਈਲੂਸ਼ਨ ਵੀ 1 ਸੈਂਟੀਮੀਟਰ ਹੈ, ठीक है। जो एरिया है उसमें तो कोई फर्क नहीं ना पएगा डाइल्यूशन नाल। तो हुण फर्क किस चीज ਨੂੰ ਪਏਗਾ, ਪਹਿਲਾਂ ਇਸ ਦੇ 1 ਸੈਂਟੀਮੀਟਰ ਕਿਊਬ ਚ ਬਿਫੋਰ ਡਾਈਲੂਸ਼ਨ ਇਸ ਦੇ ਵਿੱਚ ਆਪਣੇ ਕੋਲ ਕਿੰਨੇ ਨੰਬਰ ਆਫ ਆਇਨਸ ਆ ਰਹੇ ਸੀ, 6 ਨੰਬਰ ਆਫ ਆਇਨਸ ਆ ਰਹੇ ਸੀ। ਬਟ ਆਫਟਰ ਡਾਈਲੂਸ਼ਨ ਸਿਰਫ ਕਿੰਨੇ ਨੰਬਰ ਆਫ ਆਇਨਸ ਆ ਰਹੇ ਆ, ਓਨਲੀ 2, ठीक है, 1 2। एरिया ਉਹਨਾਂ ਕੀ ਲਿਆ ਮੈਨੇ, ਪਹਿਲਾਂ ਨੰਬਰ ਆਫ ਆਇਨਸ ਜ਼ਿਆਦਾ ਆ ਰਹੇ ਸੀ, ਹੁਣ ਨੰਬਰ ਆਫ ਆਇਨਸ ਬਹੁਤ ਘੱਟ ਆ ਰਹੇ ਹੈ। ਤਾਂ ਸਪੈਸਿਫਿਕ ਕੰਡਕਟੈਂਸ ਦੇ ਵਿੱਚ ਕੀ ਹੋ ਰਿਹਾ ਹੈ ਕਿ ਡਾਈਲੂਸ਼ਨ ਹੋਣ ਦੇ ਨਾਲ ਜੋ ਨੰਬਰ ਆਫ ਆਇਨਸ ਇਨ ਦਾ 1 ਸੈਂਟੀਮੀਟਰ ਕਿਊਬ ਏਰੀਆ ਜੋ ਹੈ ਉਸ ਦੇ ਵਿੱਚ ਬਹੁਤ ਘੱਟ ਗਏ। ਤਾਂ ਜਦੋਂ ਨੰਬਰ ਆਫ ਆਇਨਸ ਇੰਨੇ ਘੱਟ ਜਾਣਗੇ ਤਾਂ ਫਿਰ ਕਰੰਟ ਦਾ ਫਲੋ ਵੀ ਘੱਟ ਜਾਏਗਾ। ਇਟ ਮੀਨਸ ਕਿ ਲੈਸਰ ਅਮਾਉਂਟ ਆਫ ਕਰੰਟ ਵਿਲ ਬੀ ਅਲਾਉਡ ਟੂ ਪਾਸ ਥਰੂ ਇਟ। ਤਾਂ ਹੁਣ ਕੀ ਹੋਏਗਾ, ਜੋ ਕੰਡਕਟੈਂਸ ਹੈ that will decrease। क्लियर है दोनों चीज़ा। तो मोलर कंडक्टेंस ते स्पेसिफिक कंडक्टेंस च फर्क है। मोलर कंडक्टेंस जो है वो इंक्रीज करती है विद द इंक्रीज इन डाइल्यूशन, बट स्पेसिफिक कंडक्टेंस जो है वो डिक्रीज करती है विद द इंक्रीज इन डाइल्यूशन। ठीक है, डिक्रीज क्यों करती है, बिकॉज द नंबर ऑफ आयंस इन द 1 सेंटीमीटर क्यूब्स डिक्रीजेस। ठीक है, नंबर ऑफ आयंस घट गए तो करंट भी घट जाएगा।